ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਬ੍ਰੇਕਿੰਗ ਨੰਬਰ 6 ਤੋਂ। ਸੀਐਮ ਭਗਵੰਤ ਮਾਨ ਵੱਲੋਂ ਅਗਨੀਪਥ ਸਕੀਮ ਦਾ ਅੱਜ ਖੁੱਲ੍ਹ ਕੇ ਵਿਰੋਧ ਕੀਤਾ ਗਿਆ ਹੈ। ਸੀਐਮ ਮਾਨ ਨੇ ਕਿਹਾ ਹੈ ਕਿ ਸਾਨੂੰ ਫੌਜ ਕਿਰਾਏ ਤੇ ਨਹੀਂ ਚਾਹੀਦੀ। ਸੰਗਰੂਰ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਸੀਐਮ ਮਾਨ। ਇਸ ਮੌਕੇ ਉਹਨਾਂ ਤੋਂ ਜਦੋਂ ਸਵਾਲ ਪੁੱਛਿਆ ਗਿਆ ਨਿਊਜ਼ 18 ਦੇ ਨਾਲ, ਉਹਨਾਂ ਨੇ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਫੌਜ ਕਿਰਾਏ ਤੇ ਨਹੀਂ ਚਾਹੀਦੀ ਔਰ ਕੇਂਦਰ ਨੇ ਦੇਸ਼ ਦੇ ਨੌਜਵਾਨਾਂ ਨਾਲ ਇਹ ਫੈਸਲਾ ਲੈ ਕੇ ਧੋਖਾ ਕੀਤਾ ਹੈ। ਨਾਲ ਦੀ ਨਾਲ ਉਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇ। ਸੀਐਮ ਮਾਨ ਨੇ ਵੀ ਕਿਹਾ ਕਿ ਇਹ ਫੈਸਲਾ ਫੌਜ ਦਾ ਵੀ ਅਪਮਾਨ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੇ ਫੈਸਲਾ ਲਿਆ ਹੈ, ਇਸ ਕਰਕੇ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣਾ ਚਾਹੀਦਾ ਹੈ। ਨਿਊਜ਼ 18 ਨਾਲ ਖਾਸ ਗੱਲਬਾਤ 'ਚ ਭਗਵੰਤ ਮਾਨ ਨੇ, ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਵਿਰੋਧ ਕੀਤਾ ਹੈ ਕੇਂਦਰ ਦੀ ਨਵੀਂ ਅਗਨੀਪਥ ਸਕੀਮ ਦਾ। ਫੌਜ 'ਚ ਭਰਤੀ ਨੂੰ ਲੈ ਕੇ ਜੋ ਕੇਂਦਰ ਵੱਲੋਂ ਨਵੀਂ ਸਕੀਮ ਲਾਂਚ ਕੀਤੀ ਗਈ ਹੈ ਉਸ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ। ਜਗ੍ਹਾ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਤੇ ਅੱਜ ਸੀਐਮ ਮਾਨ ਵੀ ਇਸ ਦੇ ਵਿਰੋਧ ਵਿੱਚ ਉਤਰੇ ਨੇ। ਉਹਨਾਂ ਵੱਲੋਂ ਵੀ ਸਾਫ਼ ਇਸ ਸਕੀਮ ਦਾ ਵਿਰੋਧ ਕੀਤਾ ਗਿਆ ਔਰ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਫੌਜ ਕਿਰਾਏ ਤੇ ਨਹੀਂ ਚਾਹੀਦੀ। ਕੇਂਦਰ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ ਔਰ ਸਰਕਾਰ ਨੂੰ ਤੁਰੰਤ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। आप ऐसा कैसे कह सकते हो कि आप 17 साल में ट्रेनिंग के लिए जाइए और 21 साल में रिटायर होके आ जाइए, भूतपूर्व सैनिक बन जाइए 21 साल में। तो ये तो ठीक नहीं है। 4 साल जिन्होंने देश के लिए बहुत ही उल्ट हालातों में काम करना होता है। जब हम अपने बच्चों के साथ सो रहे होते हैं एसी लगाकर, तब वो 50-55 डिग्री सेल्सियस जैसलमेर और गंगानगर के बॉर्डर पर हमारे सैनिक काम कर रहे होते हैं, देश के लिए हमारी रक्षा कर रहे होते हैं। जब हम हीटर लगाकर सोते हैं बच्चों के साथ, तो वो कारगिल की पहाड़ियों में -20 डिग्रीज में काम कर रहे होते हैं। क्या आप उनको किराए पे रखोगे कि आ जाओ जी 4 साल के बाद आपको भूतपूर्व सैनिक साबका बना देंगे? ये नेता तो कभी रिटायर नहीं होते हैं, सिर्फ जनता ही रिटायर होती है और वो भी सैनिक। इसका विरोध करते हैं हम। ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਰਾਜਾ ਵੜਿੰਗ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਫੌਜ ਦਾ ਕੋਈ ਸਤਿਕਾਰ ਨਹੀਂ, ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ। ਇਹ ਟਵੀਟ ਰਾਜਾ ਵੜਿੰਗ ਵੱਲੋਂ ਕੀਤਾ ਗਿਆ ਹੈ। ਉਹ ਲਿਖਦੇ ਨੇ ਕਿ ਫੌਜ ਦਾ ਕੋਈ ਸਤਿਕਾਰ ਨਹੀਂ, ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ। 4 ਸਾਲਾਂ ਬਾਅਦ ਇਹ ਬੱਚੇ ਕਿੱਥੇ ਜਾਣਗੇ ਤੇ ਕੀ ਕਰਨਗੇ? ਇਹ ਟਵੀਟ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਉਹਨਾਂ ਨੂੰ ਅਗਨੀਪਥ ਤੇ ਚਲਾ ਕੇ ਉਹਨਾਂ ਦੇ ਸਬਰ ਨੂੰ ਨਾ ਪਰਖੋ, ਫੌਜ ਨੂੰ ਫੌਜ ਰਹਿਣ ਦਿਓ। ਇਹ ਟਵੀਟ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਹਰਸਿਮਰਤ ਬਾਦਲ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ। ਹਰਸਿਮਰਤ ਬਾਦਲ ਨੇ ਲਿਖਿਆ ਹੈ ਕਿ ਭਾਰਤੀ ਫੌਜ 'ਚ ਸਾਡੀ ਅਸਥਾਈ ਭਰਤੀ ਸਾਡੀ ਸੈਨਾ ਦੇ ਅਨੁਸ਼ਾਸਨ ਅਤੇ ਮਨੋਬਲ ਲਈ ਨੁਕਸਾਨਦੇਹ ਹੋਵੇਗੀ। ਇੰਜ ਲੱਗਦਾ ਹੈ ਜਿਵੇਂ ਭਾਰਤ ਸਰਕਾਰ ਨੇ ਨੋਟਬੰਦੀ ਤੇ ਖੇਤੀ ਕਾਨੂੰਨਾਂ ਵਰਗੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਅਜਿਹੀਆਂ ਸਕੀਮਾਂ ਲਿਆਉਣ ਤੋਂ ਪਹਿਲਾਂ ਚਿੰਤਾਵਾਂ ਦੂਰ ਕਰਨੀਆਂ ਚਾਹੀਦੀਆਂ ਨੇ। ਹਰਸਿਮਰਤ ਬਾਦਲ ਇਹ ਟਵੀਟ ਕਰ ਰਹੇ ਨੇ। ਤੇ ਬ੍ਰੇਕਿੰਗ ਨੰਬਰ 5 ਅਗਨੀਪਥ ਦੇ ਬਵਾਲ ਦੇ ਵਿਚਾਲੇ ਕੇਂਦਰ ਦਾ ਇਹ ਵੱਡਾ ਬਿਆਨ ਆਇਆ ਹੈ ਔਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਕੀਮ ਦੀ ਸਰਾਹਨਾ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਦੇ ਬਿਹਤਰ ਭਵਿੱਖ ਦੇ ਲਈ ਇਹ ਫੈਸਲਾ ਲਿਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਕਿਹਾ ਹੈ ਕਿ ਅਗਨੀਵੀਰ ਨੌਜਵਾਨਾਂ ਦੀ ਪਛਾਣ ਬਣੇਗੀ। ਨੌਜਵਾਨਾਂ ਨੂੰ ਉਹਨਾਂ ਨੇ, ਜਿਹੜੇ ਪ੍ਰੋਟੈਸਟਰ ਨੇ, ਉਹਨਾਂ ਨੂੰ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਨੌਜਵਾਨ ਇਹ ਪ੍ਰੋਟੈਸਟ ਛੱਡ ਕੇ ਫੌਜ 'ਚ ਭਰਤੀ ਦੀ ਤਿਆਰੀ ਕਰਨ। ਸੋ ਰਾਜਨਾਥ ਸਿੰਘ ਵੱਲੋਂ ਇਸ ਸਕੀਮ ਦੀ ਸਰਾਹਨਾ ਕੀਤੀ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਨੌਜਵਾਨਾਂ ਦੇ ਭਲੇ ਲਈ ਹੈ। केंद्र सरकार द्वारा घोषित की गई अग्निपथ योजना भारत के नौजवानों को देश की रक्षा व्यवस्था से जुड़ने और देश की सेवा करने का एक सुनहरा अवसर देता है।
अग्निवीर हूं यह उनकी ताजिंदगी के लिए पहचान बन जाती है। पिछले 2 साल से सेना में भर्ती की प्रक्रिया न होने के कारण बहुत से नौजवानों को सेना में भर्ती होने का अवसर नहीं मिला। यह सच्चाई है। इसलिए युवाओं के भविष्य को ध्यान में रखते हुए और उनके प्रति संवेदनशीलता दिखाते हुए प्रधानमंत्री जी के अनुमोदन पर सरकार ने फैसला किया है कि अग्निवीरों की भर्ती की आयु सीमा को इस बार बढ़ाकर 21 से 23 वर्ष कर दिया जाए। यह वन टाइम रिलैक्सेशन दिया गया है। इससे बहुत सारे नौजवानों को अग्निवीर बनने की पात्रता स्वतः मिल जाएगी। और मैं यह भी कहना चाहता हूं कि भर्ती प्रक्रिया कुछ ही दिनों में प्रारंभ होने जा रही है। मैं सभी नौजवानों से अपील करता हूं कि सेना में भर्ती होने की वह तैयारी करें और इसका पूरा लाभ उठाएं। धन्यवाद। ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਿਖਦੇ ਨੇ ਕਿ ਪਿਛਲੇ 2 ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਫੌਜ ਦੇ ਵਿੱਚ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਪਥ ਯੋਜਨਾ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਚਿੰਤਾ ਕਰਦੇ ਹੋਏ 2 ਸਾਲ ਦੀ ਰਿਆਇਤ ਦਿੱਤੀ ਹੈ। 2 ਸਾਲ ਦੀ ਰਿਆਇਤ ਦੇ ਕੇ ਉਮਰ ਹੱਦ 21 ਸਾਲ ਤੋਂ ਵਧਾ ਕੇ 23 ਸਾਲ ਕਰਨ ਦਾ ਵੱਡਾ ਫੈਸਲਾ ਲਿਆ ਹੈ। उन्होंने कहा है कि इस फैसले नाल वड्डी गिनती च नौजवानों को फायदा होएगा। विरोध प्रदर्शन करना तो हर आदमी का हक है, लेकिन तोड़ फोड़ करने वाले, आगजनी करने वाले लोग सेना में जाने वाले तो हो नहीं सकते। सेना में तो पूरे अनुशासित लोग जाते हैं और जो लोग इस प्रकार की कुछ हमारे देश में ऐसे तत्व हैं जो हर वक्त मौके की तलाश में रहते हैं कि देश की शांति को भंग किया जाए, ये इसको किसी भी हालत में बर्दाश्त नहीं किया जाएगा। ਤੇ ਅਗਲੀ ਵੱਡੀ ਖਬਰ ਬ੍ਰੇਕਿੰਗ ਨੰਬਰ 4 ਸਿੱਧੂ ਮੂਸੇਵਾਲਾ ਕਤਲ ਕੇਸ ਦੇ ਨਾਲ ਜੁੜੀ ਹੋਈ ਹੈ और पुलिस सोर्सेज तो यह जानकारी निकल के आ रही है कि यह कतल रंगदारी नहीं बल्कि बदला लैन की मंशा दे नाल कीता गया सी। ये सोर्सेज जेडे पुलिस सोर्सेज ने क्योंकि पुछगिछ चल रही है लॉरेंस बिश्नोई तो और उसदे विच निकल के आया कि लॉरेंस बिश्नोई ग्रुप विक्की मिड्डू खेड़ा दे कतल दा जिम्मेवार सिद्धू मूसेवाला नूं मनदा सी और इस करके सिद्धू मूसेवाला दा कतल इस ग्रुप वालों कीता गया है। ਇਹ ਵੀ ਸੋਰਸਿਸ ਕਹਿ ਰਹੇ ਨੇ ਕਿ ਇਹ ਜਬਰੀ ਵਸੂਲੀ ਦਾ ਰੰਗਦਾਰੀ ਦਾ ਕੋਈ ਮਸਲਾ ਨਹੀਂ ਸੀ। ਮੂਸੇਵਾਲਾ ਤੋਂ ਕੋਈ ਵੀ ਰੰਗਦਾਰੀ ਨਹੀਂ ਲਈ ਗਈ, ਕੋਈ ਜਬਰੀ ਵਸੂਲੀ ਨਹੀਂ ਕੀਤੀ ਗਈ ਔਰ ਇਹ ਸਿਰਫ ਇੱਕ ਬਦਲਾ ਲੈਣ ਦੀ ਮਨਸ਼ਾ ਦੇ ਨਾਲ ਇਹ ਅਟੈਕ ਕੀਤਾ ਗਿਆ ਸੀ। ਪੁਲਿਸ ਪੁੱਛਗਿੱਛ ਦੇ ਵਿੱਚ ਲਾਰੈਂਸ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ ਔਰ ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਜ਼ਿੰਮੇਵਾਰ ਇਹ ਲੋਕ ਸਿੱਧੂ ਮੂਸੇਵਾਲਾ ਨੂੰ ਮੰਨਦੇ ਸੀ। ਉਸ ਤੋਂ ਬਾਅਦ ਇਹਨਾਂ ਦੀ ਤਕਰਾਰ ਵਧੀ ਤੇ ਫਿਰ ਇਹਨਾਂ ਵੱਲੋਂ ਮੂਸੇਵਾਲਾ ਤੇ ਜਾਨਲੇਵਾ ਹਮਲਾ ਕੀਤਾ ਗਿਆ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਬ੍ਰੇਕਿੰਗ ਨੰਬਰ 3 ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋ ਰਹੀ ਹੈ ਔਰ ਉਸ ਦੇ ਵਿੱਚ ਹੋਰ ਵੀ ਕਈ ਖੁਲਾਸੇ ਹੋਏ ਨੇ। ਇਹ ਵੀ ਖੁਲਾਸਾ ਹੋਇਆ ਕਿ ਲਾਰੈਂਸ ਬਿਸ਼ਨੋਈ ਨੇ ਹੀ ਇਹ ਸਾਰੀ ਪਲੈਨਿੰਗ ਕੀਤੀ ਸੀ ਔਰ ਲਾਰੈਂਸ ਨੇ ਹੀ ਇਹ ਸਾਰੀ ਰੇਕੀ ਕਰਵਾਈ ਸੀ। ਇਹ ਚੀਜ਼ ਪੁਲਿਸ ਦੀ ਪੜਤਾਲ ਦੇ ਵਿੱਚ ਸਾਹਮਣੇ ਆ ਰਹੀ ਹੈ कि लॉरेंस ने सारी रेकी की और कतल की प्लैनिंग भी लॉरेंस वालों की गई पर लॉरेंस ने कहा है कि उसनू कतल की तरीक बारे कोई पता नहीं सी क्योंकि तिहाड़ जेल दे विच उसका फोन जिहड़ा है उस बारे पता चल गया सी जेल प्रशासन नू और उस तो फोन ले लिया गया सी। तिहाड़ जेल दे विच सख्ती दे चलदियां उसदे कोल उस वेले कोई फोन नहीं सी। ये गल लॉरेंस ने पुलिस की पुछगिछ दे विच कही है। इस करके उसने प्लैनिंग दी या रेकी दी गल ते मन्नी है पर उसने तरीक बारे उसने कहा कि मैनू पता नहीं सी। ये हुण तक दी पुछगिछ दे विच जो सोर्सेस तो पता चल रहा है। एक होर वड्डी खबर दा रुख कर लैंदे हां। साबका एमएलए जोगिंदरपाल दी गिरफ्तारी हुई है माइनिंग मामले दे विच एक्शन होया और कांग्रेस दे साबका विधायक जोगिंदरपाल नू सरकार ने पंजाब पुलिस ने गिरफ्तार कर लिया है। कांग्रेस के एक साबका विधायक जोगिंदरपाल जिहड़े भुआ तो कांग्रेस पार्टी के एमएलए रहे ने उन्होंने गिरफ्तार कर लिया। तारागढ़ पुलिस ने तारागढ़ इलाका है तारागढ़ पुलिस वालों गिरफ्तार किया गया है भुआ का क्योंकि उत्थे एक क्रैशर चलता है और पिछले दिनों के विच वो एक माइनिंग साइट सी उत्थे रेड भी हुई सी और उस वेले उत्थे अनियमिततावां जिहड़ियां ने वो पाईयां गईयां सी। ये खबरां भी सामने आईयां सी जिस तो बाद इस मामले दे विच
ਨਜਾਇਜ਼ ਮਾਈਨਿੰਗ ਦੇ ਜੇ ਸਿੱਧਾ ਕਹੀਏ ਇਲਜ਼ਾਮਾਂ ਦੇ ਤਹਿਤ ਇਹ ਕਾਰਵਾਈ ਹੋਈ ਹੈ ਔਰ ਜੋਗਿੰਦਰਪਾਲ ਭੂਆ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ। ਤੇ ਸੀਐਮ ਭਗਵੰਤ ਮਾਨ ਨੇ ਅੱਜ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਔਰ ਸੀਐਮ ਮਾਨ ਦੇ ਰਡਾਰ ਤੇ ਸਾਬਕਾ ਮੰਤਰੀ ਨੇ। ਉਹਨਾਂ ਨੇ ਕਿਹਾ ਹੈ ਕਿ 3-4 ਸਾਬਕਾ ਮੰਤਰੀ ਉਹਨਾਂ ਦੇ ਰਡਾਰ ਤੇ ਨੇ, ਕਿਉਂਕਿ ਉਹ ਆਪਣੇ ਭਾਸ਼ਣਾਂ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕਰ ਚੁੱਕੇ ਨੇ ਕਿ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਸਬੂਤ ਇਕੱਠੇ ਕਰ ਰਹੇ ਹਾਂ, ਕਈਆਂ ਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਤੇ ਅਗਲੇ ਦਿਨਾਂ ਦੇ ਵਿੱਚ ਹੋਰ ਤੇ ਵੀ ਕਾਰਵਾਈ ਹੋਣੀ ਹੈ। ਯਾਨੀ 3-4 ਮੰਤਰੀ ਉਹ ਕਹਿ ਰਹੇ ਨੇ ਰਡਾਰ ਤੇ ਨੇ, ਬਿਨਾਂ ਕਿਸੇ ਸਬੂਤ ਤੇ ਅਸੀਂ ਕਿਸੇ ਨੂੰ ਹੱਥ ਨਹੀਂ ਪਾਵਾਂਗੇ। ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦਾ ਪੈਸਾ ਖਾਏਗਾ ਉਹ ਬਚੇਗਾ ਨਹੀਂ। ਆਪਣਿਆਂ ਨੂੰ ਵੀ ਸੀਐਮ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਆਪਣੇ ਗਲਤ ਹੋਣਗੇ ਤਾਂ ਉਹਨਾਂ ਨੂੰ ਵੀ ਬਖਸ਼ਾਂਗੇ ਨਹੀਂ। ਔਰ ਸਾਬਕਾ ਮੰਤਰੀਆਂ ਦਾ ਵੀ ਉਹ ਜ਼ਿਕਰ ਕਰ ਰਹੇ ਨੇ। ਪੁਰਾਣੇ ਸਮੇਂ ਦੇ ਵਿੱਚ ਕਾਂਗਰਸ ਦੇ ਮੰਤਰੀਆਂ ਦਾ ਕਈਆਂ ਦੀ ਜਾਂਚ ਵੀ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ 3-4 ਸਾਬਕਾ ਮੰਤਰੀ ਜਿਹੜੇ ਨੇ ਉਹ ਰਡਾਰ ਤੇ ਨੇ, ਅਸੀਂ ਸਬੂਤ ਇਕੱਠੇ ਕਰ ਰਹੇ ਹਾਂ ਔਰ ਸਬੂਤਾਂ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਹੋਏਗੀ। ਐਕਸਕਲੂਸਿਵ ਗੱਲਬਾਤ ਅੱਜ ਸੀਐਮ ਮਾਨ ਨੇ ਨਿਊਜ਼ 18 ਦੇ ਨਾਲ ਕੀਤੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਰੋਡ ਸ਼ੋਅ ਕਰ ਰਹੇ ਨੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ। ਚੀਮਾ ਮੰਡੀ ਦੇ ਵਿੱਚ ਇਸ ਵੇਲੇ ਮੌਜੂਦ ਨੇ। ਮਾਨ ਸਾਹਿਬ ਕਿਵੇਂ ਦੇਖਦੇ ਹੋ? ਪਹਿਲਾਂ ਤੁਸੀਂ ਆਪ ਲਗਾਤਾਰ ਜਿੱਤਦੇ ਰਹੇ ਹੋ ਔਰ ਇਸ ਵਾਰ ਆਪਦੇ ਉਮੀਦਵਾਰ ਦੇ ਲਈ, ਕਿਉਂਕਿ ਤੁਸੀਂ ਇੱਥੋਂ ਜਿੱਤ ਕੇ ਮੁੱਖ ਮੰਤਰੀ ਬਣ ਗਏ। ਦੇਖੋ ਫੁੱਲ ਵੀ ਉਹੀ ਨੇ, ਗੱਡੀ ਵੀ ਉਹੀ ਹੈ, ਪਿਆਰ ਵੀ ਉਹੀ ਹੈ ਤੇ ਰਿਜ਼ਲਟ ਵੀ ਉਹੀ ਆਊਗਾ। ਮਤਲਬ ਕਿਵੇਂ ਦੇਖਦੇ ਹੋ? ਤੁਹਾਡੇ ਸਾਹਮਣੇ ਇਸ ਵਾਰ ਜਿਹੜੇ ਉਮੀਦਵਾਰ ਨੇ, ਸਿਮਰਜੀਤ ਸਿੰਘ ਮਾਨ ਕਹਿੰਦੇ ਨੇ ਕਿ ਮੈਂ ਪਹਿਲਾਂ ਜਿੱਤ ਚੁੱਕਿਆ ਹਾਂ, ਉਧਰ ਅਕਾਲੀ ਦਲ, ਕਾਂਗਰਸ ਤੇ ਬੀਜੇਪੀ ਨੇ ਵੀ ਉਮੀਦਵਾਰ ਉਤਾਰਿਆ, ਕਿਵੇਂ ਦੇਖਦੇ ਹੋ? ਉਹ 2014 ਤੇ 2019 ਚ ਹਾਰ ਵੀ ਤਾਂ ਚੁੱਕੇ ਨੇ। ਸੋ ਲੋਕਾਂ ਨੇ ਮਨ ਬਦਲ ਲਿਆ। ਲੋਕ ਨਵੀਂ ਚੀਜ਼ ਚਾਹੁੰਦੇ ਆ, ਲੋਕ ਸਕੂਲ ਚਾਹੁੰਦੇ ਆ, ਲੋਕ ਹਸਪਤਾਲ ਚਾਹੁੰਦੇ ਆ, ਲੋਕ ਬਿਜਲੀ ਚਾਹੁੰਦੇ ਆ, ਲੋਕ ਇਨਫਰਾਸਟ੍ਰਕਚਰ ਚਾਹੁੰਦੇ ਆ, ਵਿਕਾਸ ਚਾਹੁੰਦੇ ਆ। ਲੋਕ ਧਰਮਾਂ ਜਾਤਾਂ ਦੇ ਨਾਂ ਤੇ ਨਹੀਂ ਵੰਡੇ ਜਾ ਸਕਦੇ। ਮਤਲਬ ਬੀਜੇਪੀ ਨੇ ਅਗਨੀਪਥ ਸਕੀਮ ਜਿਹੜੀ ਹੈ ਲਿਆਂਦੀ ਹੈ, ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਿਹਾ, ਕਿਵੇਂ ਦੇਖਦੇ ਹੋ ਤੁਸੀਂ? ਕਿਉਂਕਿ ਦਾਅਵੇ ਆਪਣੇ ਨੇ। ਦੇਖੋ ਫੌਜ ਨੂੰ ਤੁਸੀਂ ਕਿਰਾਏ ਤੇ ਨਹੀਂ ਲੈ ਸਕਦੇ। ਤੁਸੀਂ ਕੀ ਕਹਿੰਦੇ ਹੋ ਕਿ 17 ਸਾਲ ਦੀ ਉਮਰ 'ਚ ਆਓ, ਟ੍ਰੇਨਿੰਗ ਕਰੋ ਤੇ 22-23 ਸਾਲ ਦੀ ਉਮਰ 'ਚ ਰਿਟਾਇਰ ਹੋ ਜਾਓ, ਸਾਬਕਾ ਸੈਨਿਕ ਬਣ ਜਾਓ। ਉਹ ਤੋਂ ਬਾਅਦ ਕੀ ਕਰਨਗੇ? ਉਹ ਫੌਜ ਦੇ ਵਿੱਚ ਜਾਣਾ ਬਹੁਤ ਜਨੂਨੀ ਕੰਮ ਹੈ, ਆਮ ਬੰਦਾ ਫੌਜ ਨਹੀਂ ਜਾਂਦਾ। ਸੋ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਕੇ ਵਿਚਾਰ ਕਰਨਾ ਚਾਹੀਦਾ ਹੈ। ਦੇਸ਼ ਭਗਤੀ ਦਾ ਜਾਂ ਜਨੂਨ ਦਾ ਕੋਈ ਕਿਰਾਇਆ ਨਹੀਂ ਹੁੰਦਾ। ਮਨਸ਼ਾ ਕੀ ਲੱਗਦੀ ਹੈ ਤੁਹਾਨੂੰ ਜੇ ਸਕੀਮ ਲਿਆਂਦੀ ਗਈ ਹੈ ਤਾਂ? ਜੇ ਸਕੀਮ ਇੰਨੀ ਵਧੀਆ ਤਾਂ ਬੀਜੇਪੀ ਪਹਿਲਾਂ ਆਪਣੇ ਧੀਆਂ ਪੁੱਤਾਂ ਤੇ ਲਾਗੂ ਕਰ ਲੇ। ਬਣਾਓ ਨਾ ਉਹਨਾਂ ਨੂੰ। 4 ਸਾਲਾਂ 'ਚ ਭੂਤਪੂਰਵ ਸੈਨਿਕ ਉਹ ਤਾਂ ਬੈਠੇ ਨੇ ਬੜੇ ਪਦਾਂ ਤੇ, ਬੜੇ ਅਹੁਦੇ ਲੈ ਕੇ। ਇਹ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਹਿੰਦੇ ਹੋ 17 ਸਾਲ ਦੇ ਆ ਜਾਓ, 22-23 ਸਾਲ ਦੇ ਰਿਟਾਇਰ ਹੋ ਜਾਓ। ਇਹ ਗਲਤ ਗੱਲ ਹੈ। ਮਤਲਬ ਲਾਅ ਐਂਡ ਆਰਡਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਪੰਜਾਬ ਦੇ? ਜਿਸ ਤਰ੍ਹਾਂ ਲਗਾਤਾਰ ਕਈ ਘਟਨਾਵਾਂ ਹੋ ਰਹੀਆਂ ਨੇ, ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਔਰ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ। ਬਸ ਇਹੀ ਇਹਨਾਂ ਕੋਲੇ ਰਹਿ ਗਿਆ। ਅਸਲ 'ਚ ਅਸੀਂ ਸਾਰੇ ਮਸਲੇ ਹੱਲ ਕਰਤੇ। ਸੰਦੀਪ ਜਿਹੜਾ ਕਬੱਡੀ ਖਿਡਾਰੀ ਸੀ, ਉਹ ਸਾਰੇ ਬੰਦੇ ਫੜੇ ਗਏ। ਪਟਿਆਲੇ ਵਾਲਾ ਜਿਹੜਾ ਦੰਗੇ ਹੋਏ ਸੀਗੇ, ਉਹ ਸਾਰੇ ਬੰਦੇ ਫੜੇ ਗਏ। ਜਿਹੜਾ ਅਟੈਕ ਹੋਇਆ ਸੀ ਇੰਟੈਲੀਜੈਂਸ ਤੇ, ਉਹ ਵੀ ਸਾਰੇ ਫੜੇ ਗਏ। ਸਿੱਧੂ ਮੂਸੇਵਾਲਾ ਸਾਹਿਬ ਦੀ ਜੋ ਬੇਵਕਤੀ ਮੌਤ ਹੋਈ ਹੈ, ਉਹਦੇ ਵਿੱਚ ਵੀ ਸਾਰੇ ਜਿਹੜੇ ਸ਼ੂਟਰ ਨੇ ਉਹ ਫੜੇ ਗਏ ਨੇ। ਹੁਣ ਲਾਰੈਂਸ ਬਿਸ਼ਨੋਈ ਜਿਹੜਾ, ਉਹਨੂੰ ਅਸੀਂ ਜਿਹੜਾ ਉਹ ਪੰਜਾਬ ਲੈ ਕੇ ਆਂਦਾ। ਇਹ ਤੋਂ ਪਹਿਲਾਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹਨੂੰ ਲੈ ਕੇ ਆਉਣ। ਪੈਦਾ ਕਿਹਨੇ ਕੀਤੇ ਸੀ? ਇਹਨਾਂ ਨੇ। ਮਤਲਬ ਕਿਵੇਂ ਲੱਗਦਾ ਹੈ? ਕਿਉਂਕਿ ਸਿੱਧੂ ਮੂਸੇਵਾਲਾ ਨੂੰ ਲੈ ਕੇ ਕਾਫੀ ਵਿਰੋਧ ਵੀ ਕਿਤੇ ਨਾ ਕਿਤੇ ਝੱਲਣਾ ਪਿਆ। ਦੇਖੋ ਮੈਂ ਕਲਾਕਾਰ ਹਾਂ, ਮੂਸੇਵਾਲਾ ਬਹੁਤ ਵੱਡਾ ਕਲਾਕਾਰ ਸੀ। ਅਸੀਂ ਤਾਂ ਘੁੱਗੀ ਮਰੇ ਤੇ ਵੀ ਆਪਣੀ ਗੱਡੀ ਖੜਾ ਕੇ 2 ਮਿੰਟ ਵਾਸਤੇ ਮੌਨ ਰੱਖ ਲੈਂਦੇ ਹਾਂ। ਅਸੀਂ ਇਹ ਸੋਚ ਸਕਦੇ ਹਾਂ ਕਿ ਅਸੀਂ ਕਿਸੇ ਨੂੰ ਕ੍ਰਾਈਮ ਵਾਲੇ ਪਾਸੇ ਪਾਵਾਂਗੇ ਜਾਂ ਕੋਈ ਕਿਸੇ ਦੀ ਜਾਨ ਜਿਹੜੀ ਉਹ ਖਤਰੇ 'ਚ ਪਾਵਾਂਗੇ? ਬਿਲਕੁਲ ਨਹੀਂ। ਪੰਜਾਬ ਦੇ ਲੋਕ ਡਰੇ ਹੋਏ ਨੇ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਲੋਕ ਨਹੀਂ ਡਰੇ ਹੋਏ ਜੀ, ਕਾਂਗਰਸ ਤੇ ਅਕਾਲੀ ਡਰੇ ਹੋਏ ਨੇ। ਬਸ
ਪੰਜਾਬ ਦੇ ਲੋਕ ਤਾਂ ਆ ਫਿਰਦੇ ਨੇ, ਇਹ ਡਰੇ ਹੋਏ ਨੇ। ਪੁੱਛੋ ਇਹਨਾਂ ਨੂੰ, ਤੁਸੀਂ ਡਰੇ ਹੋਏ ਹੋ? ਪੰਜਾਬ ਦੇ ਲੋਕ ਤਾਂ ਇਸ ਗੱਲੋਂ ਖੁਸ਼ ਨੇ ਕਿ ਸ਼ੁਕਰ ਹੈ ਪਹਿਲੀ ਵਾਰ ਕੋਈ ਸਾਡਾ ਪੁੱਤ ਭਤੀਜਾ, ਸਾਡਾ ਬੰਦਾ ਕੋਈ ਮੁੱਖ ਮੰਤਰੀ ਬਣਿਆ। ਡਰੇ ਹੋਏ ਨੇ ਰਾਜੇ ਹੋਰੀ, ਜਿਹੜੇ ਅੰਦਰ ਆ ਕੇ ਮੇਰੇ ਘਰ ਮੂਹਰੇ, ਮੇਰੇ ਘਰ ਦੇ ਅੰਦਰ ਆ ਕੇ ਵੀ ਧਰਨਾ ਦੇ ਜਾਂਦੇ ਨੇ, ਕਹਿੰਦੇ ਸਾਧੂ ਸਿੰਘ ਧਰਮ ਸੋਚ ਤੇਰੀ ਸੋਚ ਤੇ ਪਹਿਰਾ ਦੇਾਂਗੇ, ਠੋਕ ਕੇ ਸਾਡੇ ਹੱਕ ਇੱਥੇ ਰੱਖ। ਤੁਸੀਂ ਆਪਦਾ ਮੰਤਰੀ ਵੀ ਇੱਕ ਅੰਦਰ ਦੇਤਾ, ਸਾਧੂ ਸਿੰਘ ਧਰਮਸੋਤ ਵੀ ਦੇਤਾ, ਕਹਿੰਦੇ ਹੋਰ ਵੀ ਕਈ ਰਡਾਰਤੇ ਨੇ ਹਲੇ। ਹਾਂਜੀ ਹੈਗੇ ਨੇ। ਕਿੰਨੇ ਰਡਾਰਤੇ ਨੇ? ਕੋਈ ਹਿੰਟ ਦੇ ਦਿਓ। ਹਿੰਟ ਨਹੀਂ ਮੈਂ ਦਿੰਦਾ, ਹੈਗੇ ਨੇ। ਇੱਕ ਹੈ ਕਿ ਜ਼ਿਆਦੇ ਨੇ? 3-4 ਨੇ। ਸਬੂਤ ਇਕੱਠੇ ਕਰ ਰਹੇ ਹਾਂ, ਬਿਨਾਂ ਸਬੂਤਾਂ ਤੋਂ ਨਹੀਂ ਅਸੀਂ ਕਿਸੇ ਕਿ ਕੋਈ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਕੋਈ ਅਸੀਂ ਨਹੀਂ ਕਰਦੇ, ਪਰ ਹਾਂ 2-3 ਨੇ। ਕਹਿੰਦੇ ਰਾਜਨੀਤਿਕ ਬਦਲਾਖੋਰੀ, ਕਹਿੰਦੇ ਭਗਵੰਤ ਮਾਨ ਲੱਗ ਗਏ ਇਸ ਪਾਸੇ। ਕੋਈ ਬਦਲਾਖੋਰੀ ਨਹੀਂ, ਮੇਰੀ ਕਾਹਦੀ ਬਦਲਾਖੋਰੀ ਹੈ? 92 ਜਿੱਤੇ ਆ ਜੀ, ਸਾਨੂੰ ਕਿਹੜਾ ਕੋਈ ਖਤਰਾ ਸੀ ਵੀ ਆ ਸਾਨੂੰ ਨਾ ਹਰਾ ਦੇ, ਆ ਸਾਨੂੰ ਨਾ ਹਰਾ ਦੇ। 65 ਹਜ਼ਾਰ ਤੇ ਹਾਰੇ ਨੇ, ਜਿੱਤੇ ਨੇ ਜਿਹੜੇ 500 ਤੇ ਨੇ। ਸੋ ਮੇਰੀ ਕਾਹਦੀ ਕਿਸੇ ਨਾਲ ਰਾਜਨੀਤਿਕ ਬਦਲਾਖੋਰੀ ਹੈ? ਹਾਂ, ਜਿਹਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ, ਭਾਵੇਂ ਉਹ ਸਾਡਾ ਭਾਵੇਂ ਉਹਨਾਂ ਦਾ, ਅੰਦਰ ਹੋਣਗੇ। ਕਹਿੰਦੇ ਕਿ ਤੁਹਾਡੇ ਵੀ ਅਜੇ ਰਡਾਰ ਤੇ ਆਪਦੇ ਵੀ ਹੈਗੇ ਨੇ। ਕੋਈ ਗੱਲ ਨਹੀਂ, ਤੁਹਾਡੀ ਰਡਾਰ ਤੇ ਇੱਕ ਤਾਂ ਕਰਤਾ ਸੀ ਅੰਦਰ, ਜੇ ਕੋਈ ਹੋਰ ਹੋਇਆ ਜਿਹਨੇ ਕੋਈ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਦੇ ਪੈਸੇ ਨੂੰ ਖਾਣ ਦੀ, ਤਾਂ ਬਖਸ਼ਣ ਜਾਓ। ਤਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਹਲੇ ਕੁਝ ਹੋਰ ਸਾਬਕਾ ਮੰਤਰੀ ਰਡਾਰ ਤੇ ਨੇ, ਤੇ ਨਾਲ ਸੁਨੇਹਾ ਆਪਦਿਆਂ ਨੂੰ ਦੇ ਗਏ। ਕਹਿੰਦੇ ਆਪਦਿਆਂ ਚੋਂ ਵੀ ਹੋ ਸਕਦਾ ਹੈ ਜਿਹੜਾ ਫੜਿਆ ਗਿਆ, ਬਖਸ਼ਣਾ ਕਿਸੇ ਨੂੰ ਨਹੀਂ। ਔਰ ਸਾਫ਼ ਤੌਰ ਤੇ ਕਹਿੰਦੇ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਚੀਮਾ ਮੰਡੀ, ਸੰਗਰੂਰ।